ਇਹ ਗੱਲ ਦੱਸਣ ਵਿੱਚ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਬਹੁਤ ਪੁਰਾਣੇ ਸਾਥੀ ਤੇ ਅਕਾਲੀ ਦਲ ਨਾਲ ਇਹ ਮੈਂ ਕਹਾਂ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਪੈਦਾਇਸ਼ ਹੋਈ ਹੈ ਤਦ ਤੋਂ ਉਸ ਪਰਿਵਾਰ ਦੇ ਫਰਜ਼ੰਦ ਸਰਦਾਰ ਕੁਲਦੀਪ ਸਿੰਘ ਭੋਗਲ ਅੱਜ ਆਪਣੀ ਅਕਾਲੀ ਦਲ ਵਿੱਚ ਦੁਬਾਰਾ ਇਹ ਨਹੀਂ ਮੈਂ ਕਹਿ ਰਿਹਾ ਸ਼ਾਮਲ ਹੋ ਰਹੇ ਹਨ, ਆਪਣੀਆਂ ਸੇਵਾਵਾਂ ਦੇ ਰਹੇ ਹਨ। ਕਈ ਬੰਦਿਆਂ ਕਰਕੇ ਇਹਨਾਂ ਨੂੰ ਕਿਸੇ ਜਗ੍ਹਾ ਜਾਣਾ ਪਿਆ ਸੀ ਜਿਹੜਾ ਇਹਨਾਂ ਦੇ ਮਨ ਤੇ ਬੋਝ ਸੀ। ਇੱਕ ਵਾਰ ਮੈਨੇ ਕਹਿਣ ਲੱਗੇ ਕਿ ਰੋਜ਼ ਮੇਰੇ ਮਾਤਾ ਪਿਤਾ ਮੈਨੂੰ ਸੁਪਨੇ 'ਚ ਆ ਕੇ ਕਦੇ ਮੇਰਾ ਦਾਦਾ ਆ ਜਾਂਦਾ ਤੇ ਉਹ ਕਹਿੰਦਾ ਵੀ ਤੂੰ ਕਿਉਂ ਅਕਾਲੀ ਦਲ ਛੱਡ ਕੇ ਦੂਜੀ ਜਗ੍ਹਾ ਗਿਆ ਹੈ। ਤੇ ਮੈਂ ਇਹਨਾਂ ਨੂੰ ਕਹਿ ਦੇ ਗੱਲ ਸੁਣ, ਜੇ ਤੇਰੀ ਇਹ ਮਨ ਦੀ ਹਾਲਤ ਹੈਗੀ ਤੇ ਤੂੰ ਆਪਣੀ ਪੇਰੈਂਟ ਪਾਰਟੀ ਵਿੱਚ ਸ਼ਾਮਲ ਨਾ ਹੋ, ਆਪਣੀਆਂ ਸੇਵਾਵਾਂ ਦੁਆ ਪੇਸ਼ ਕਰ। ਅਸੀਂ 1980 ਦੇ ਇਕੱਠੇ ਕੰਮ ਕਰਨ ਲੱਗੇ ਹਾਂ ਔਰ ਸਭ ਤੋਂ ਵੱਡਾ ਸਾਡਾ ਕੰਮ ਜਿਹੜਾ ਸੀ ਉਸ ਵਕਤ, ਭਾਵੇਂ ਅਸੀਂ ਇਹ ਜੇ ਸੀ, ਉਹ ਇਹ ਸੀ ਕਿ ਧਰਮਯੁੱਧ ਮੋਰਚੇ ਦੇ ਵਿੱਚ ਅਸੀਂ ਬਹੁਤ ਸੇਵਾਵਾਂ ਕੀਤੀਆਂ। ਜਦ ਸੰਤ ਲੌਂਗੋਵਾਲ ਦਿੱਲੀ ਆਏ ਤੇ ਉਹਨਾਂ ਦੇ ਨਾਲ ਜਗ੍ਹਾ ਜਗ੍ਹਾ ਅਸੀਂ ਸਾਰੇ ਇਕੱਠੇ ਗਏ। ਇੱਕ ਵਾਰ ਤੇ ਐਸਾ ਹੋਇਆ, ਮੈਨੂੰ ਹਾਲ ਤੱਕ ਯਾਦ ਹੈ, ਇਹ ਆਪਣਾ ਸਕੂਟਰ ਹੀ ਛੱਡ ਕੇ ਆ ਗਿਆ ਇੱਕ ਜਗ੍ਹਾ ਦੇ ਉੱਤੇ ਵੀ ਮੈਂ ਸੰਤਾਂ ਨਾਲ ਹੀ ਰਹਿਣਾ ਹੈ। ਉਹ ਮੈਂ ਕਿਹਾ ਭਾਈ ਆ ਸਕੂਟਰ ਤੇ ਲਿਆ ਕਰਨਾ, ਆਪੇ ਦੇਖ ਮਿਲ ਗਿਆ ਤੇ ਮੈਨੂੰ ਮਿਲ ਜਾਏਗਾ। ਪਰ ਸਾਡੇ ਡਿਫਰੈਂਸ ਆਫ ਓਪੀਨੀਅਨ ਵੀ ਰਹੇ, ਸਭ ਕੁਝ ਰਿਹਾ, ਪਰ ਅਕਾਲੀ ਦਲ ਦਾ ਇਹ ਸਿਪਾਹੀ ਸੀ ਔਰ ਇਹਦੇ ਪਰਿਵਾਰ ਦੇ ਨਾਲ ਸਾਡੇ ਸੰਬੰਧ ਸਨ। ਜਥੇਦਾਰ ਹਰਬੰਸ ਸਿੰਘ ਬਿੱਲੂ 1960 ਵਿੱਚ ਵੀ ਕੈਦ ਹੋਏ। ਜਦ ਗੁਰਦੁਆਰਾ ਐਕਟ ਬਣਾਉਣ ਦੇ ਲਈ ਮੋਰਚਾ ਲੱਗਾ ਤਾਂ ਵੀ ਉਹ ਕੈਦ ਹੋਏ। ਤੇ 82 ਦੇ ਵਿੱਚ ਜਦ ਪੁਲਿਸ ਨੇ ਫੜਿਆ ਕੀਤੀ ਤੇ ਮੈਂ ਤੇ ਉਹ ਇਕੱਠੇ ਤਿਹਾੜ ਜੇਲ੍ਹ ਵਿੱਚ ਹੀ ਰਹੇ। ਤੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਆਪਣੀਆਂ ਸੇਵਾਵਾਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ। ਅਸੀਂ ਇਹਨਾਂ ਦਾ ਖੈਰ ਮਕਦਮ ਕਰਦੇ ਹਾਂ, ਇਹਨਾਂ ਦਾ ਸਵਾਗਤ ਕਰਦੇ ਹਾਂ। ਨਾਲ ਹੀ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਵਾਂ, ਜੇ ਜਿਹਾ ਫੈਸਲਾ ਸਰਦਾਰ ਕੁਲਦੀਪ ਸਿੰਘ ਭੋਗਲ ਨੇ ਲਿਆ ਹੈ, ਇਹ ਫੈਸਲਾ ਜਿਤਨੇ ਪੁਰਾਣੇ ਅਕਾਲੀ ਦਲ ਨੂੰ, ਜਿਨ੍ਹਾਂ ਨਾਲ ਅਕਾਲੀ ਦਲ ਨਾਲ ਮੁਹੱਬਤ ਹੈ, ਪਿਆਰ ਹੈ, ਸਤਿਕਾਰ ਹੈ, ਉਹ ਸਾਰੇ ਆਵਣ ਤੇ ਅਸੀਂ ਇਸ ਅਕਾਲੀ ਦਲ ਨੂੰ ਪੁਰਾਣੀਆਂ ਰਵਾਇਤਾਂ ਤੋਂ ਉੱਪਰ ਤੱਕ ਲੈ ਕੇ ਜਾਈਏ। ਇਹ ਗੱਲ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੱਲ ਰਾਤ ਮੈਨੂੰ ਇੱਕ ਦੁਸ਼ਟ ਆਦਮੀ ਦੀ ਵੀਡੀਓ ਮਿਲੀ ਹੈ ਜਿਸ ਨੇ ਭਾਸ਼ਣ ਦਿੰਦਿਆਂ ਹੋਇਆਂ ਖਿਆਲਾਂ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਬੰਦਾ ਬੀਜੇਪੀ ਨੂੰ ਵੋਟ ਨਹੀਂ ਪਾਏਗਾ ਉਸ ਸਿੱਖ ਦਾ ਖੂਨ ਚਿੱਟਾ ਹੋ ਗਿਆ। ਤੇ ਉਹ ਦੇਖ ਲੈ ਕਿ ਉਸਨੇ ਪਾਣੀ ਹੈ ਕਿ ਨਹੀਂ ਪਾਣੀ। ਜਿਤਨੇ ਕਿ ਮੈਨੂੰ ਸਮਝ ਹੈ ਖੂਨ ਚਿੱਟਾ ਹੋਣ ਦਾ ਮਤਲਬ ਹੈ ਵੀ ਉਹ ਗਦਾਰ ਹੋਏਗਾ। ਹੁਣ ਸਿੱਖ ਇਹਦੇ ਜਿਹੜੀ ਅਪੀਲ ਕਰਨਗੇ ਉਸ 'ਤੇ ਚੱਲਣਗੇ ਤੇ ਉਹਨਾਂ ਦਾ ਖੂਨ ਲਾਲ ਤੇ ਬਾਕੀਆਂ ਦਾ ਚਿੱਟਾ, ਜਿਹੜੇ ਨਹੀਂ ਮੰਨਣਗੇ ਉਹ ਚਿੱਟਾ। ਇਹਦਾ ਮਤਲਬ ਸਪਸ਼ਟ ਇਸਨੇ ਸਿੱਖਾਂ ਨੂੰ ਗਦਾਰਾਂ ਦੀ ਲਾਈਨ 'ਚ ਖੜਾ ਕਰ ਦਿੱਤਾ ਹੈ, ਜਿਹਦੀ ਜ਼ਰੂਰਤ ਅੱਜ ਤੱਕ ਕਿਸੇ ਰਾਸ਼ਟਰੀ ਪਾਰਟੀ ਨੇ ਨਹੀਂ ਕੀਤੀ, ਕਿਸੇ ਵੀ ਰਾਸ਼ਟਰੀ ਪਾਰਟੀ ਨੇ ਨਹੀਂ। ਸੁਪਨਾ ਵੀ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਸਿੱਖਾਂ ਨੂੰ ਗਦਾਰਾਂ ਦੀ ਲਾਈਨ 'ਚ ਖੜਾ ਕਰਾਂਗਾ ਤੇ ਉਹਨਾਂ ਦੇ ਖੂਨ ਚਿੱਟੇ ਕਰ ਦਿਆਂਗਾ। ਮੈਂ ਸਖਤ ਲਫ਼ਜ਼ਾਂ ਦੇ ਵਿੱਚ ਉਹਨੂੰ ਤਾੜਨਾ ਕਰਨੀ ਚਾਹੁੰਦਾ। ਇਹੋ ਜਿਹੇ ਬੋਲ ਕੇ ਤੇਰਾ ਅੰਤ ਕੀ ਹੋਣਾ ਹੈ ਉਹ ਮੇਰੇ ਕੋਲ ਲਿਖ ਕੇ ਰੱਖ ਲੈ ਤੇ ਜੇਲ੍ਹ ਪਾ ਕੇ ਰੱਖ ਲਾ। ਉਹ ਅੰਤ ਬੜਾ ਬੁਰਾ ਹੋਏਗਾ ਔਰ ਮੰਜੀ ਤੇਰੇ ਤਰਕ ਕੇ ਤੂੰ ਮਰੇਗਾ ਜੇ ਸਿੱਖ ਕੌਮ ਪਾਸੇ ਤੂੰ ਮਾਫੀ ਨਾ ਮੰਗੀ। ਜਿਹੜੇ ਸਿੱਖ ਅੱਜ ਦੇ ਨਾਲ ਰਹਿ ਰਹੇ ਨੇ, ਇਹ ਜਦ ਤੱਕ ਮਾਫੀ ਨਹੀਂ ਮੰਗਦਾ ਉਹਨਾਂ ਨਾਲ ਰਹਿਣਗੇ, ਉਹ ਬਰਾਬਰ ਦੇ ਇਹਦੇ ਬੋਲਾਂ ਦੇ ਭਾਗੀਦਾਰ ਹੋਣਗੇ। ਇਹ ਮੈਂ ਗੱਲ ਕਹਿ ਦੇਣੀ ਚਾਹੁੰਦਾ, ਸਪਸ਼ਟ ਕਹਿ ਦੇਣੀ ਚਾਹੁੰਦਾ। ਬਾਕੀ ਇਸ ਖੁਸ਼ੀ ਦੇ ਮੌਕੇ 'ਤੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਸਾਰੀ ਪਾਰਟੀ ਵੱਲੋਂ ਸਰਦਾਰ ਕੁਲਦੀਪ ਸਿੰਘ ਦਾ ਇੱਕ ਵਾਰ ਫਿਰ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਵੀ ਕਹਿੰਦਾ। ਕਿਸੇ ਨੇ ਕੋਈ ਲਫ਼ਜ਼ ਪੁੱਛਣਾ ਹੈ ਤਾਂ ਪੁੱਛ ਲਓ।
ਭੋਗਲ ਸਾਹਿਬ ਤੁਸੀਂ ਛੋੜ ਕੇ ਕਿਉਂ ਗਏ ਸੀ, ਹੁਣ ਦੁਬਾਰਾ ਕਿਉਂ ਕਿਸ ਤਰ੍ਹਾਂ ਆਏ? ਕਿਹੜਾ ਮੇਨ ਕਾਰਨ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਸਾਡੇ ਸਭ ਤੋਂ ਮੇਰੇ ਵੱਡੇ ਭਰਾ ਸਰਦਾਰ ਪਰਮਜੀਤ ਸਿੰਘ ਸਰਨਾ। ਇਹਨਾਂ ਨਾਲ ਮੈਂ ਕਮ ਸੇ ਕਮ 38 ਸਾਲ ਤੋਂ ਉੱਤੇ ਮੈਂ ਨਾਲ ਰਿਹਾ। ਇਹਨਾਂ ਦੇ ਪਰਿਵਾਰ ਦੇ ਸਰਦਾਰ ਤਰਲੋਚਨ ਸਿੰਘ ਉਹ ਉਸ ਟਾਈਮ ਜਿੰਦੇ ਸੀ ਤੇ ਉਹ ਤਿੰਨਾਂ ਨੂੰ ਨਹੀਂ ਮੰਨਦੇ ਸੀ। ਨਾਲ ਕਹਿੰਦੇ ਸੀ ਇੱਕ ਤੂੰ ਮੇਰਾ ਪੁੱਤਰ ਹੈ, ਇੱਕ ਡਾਕਟਰ ਜਸਪਾਲ ਸਿੰਘ, ਇੱਕ ਅਰਿੰਦਰਪਾਲ ਸਿੰਘ। ਇਹਨਾਂ ਨੇ ਜੋ ਗੱਲ ਕਹੀ ਹੈ ਕਿ ਧਰਮ ਯੁੱਧ ਮੋਰਚੇ 'ਚ ਅਸੀਂ ਬੜਾ ਕੰਮ ਕੀਤਾ ਸੀ, ਜੇਲ੍ਹਾਂ ਵਿੱਚ ਵੀ ਰਹੇ ਅਸੀਂ। ਤੇ ਨਾਲ ਜਿਹੜੀ ਇਹਨਾਂ ਨੇ ਦੂਸਰੀ ਗੱਲ ਕਹੀ ਹੈ ਉਹਦੇ ਤੇ ਜੋ ਇਹਨਾਂ ਨੇ ਕਿਹਾ ਉਹਦੇ ਉੱਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਾਂਗਾ। ਮੈਂ ਗਿਆ ਕਿਉਂ ਆ ਔਰ ਸੱਚ ਬੋਲਾਂਗਾ, ਸੱਚ ਤੋਂ ਸਿਵਾਏ ਕੁਝ ਨਹੀਂ ਬੋਲਾਂ। ਜਿੱਥੇ ਮੈਂ ਬੈਠਾ ਇਹ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ। ਸੱਜੇ ਪਾਸੇ ਅਸੀਂ ਉਹ ਯਾਦਗਾਰ ਬਣਾਈ ਹੋਈ ਹੈ 84 ਵਾਲੀ। ਮੈਂ ਜੋ ਕਿਹਾ ਨਾ, ਇਹਨਾਂ ਨੇ ਜੋ ਕਿਹਾ ਹੈ ਇਸ ਵਜ੍ਹਾ ਨਾਲ ਆਇਆ, ਮੈਂ ਉਹਦੇ ਤੇ ਕਾਇਮ ਆ। ਮਗਰ ਅਸਲ ਗੱਲ ਕੀ ਸੀ, ਲਗਾਤਾਰ ਮੈਂ ਲੜਾਈ ਲੜ ਰਿਹਾ ਸੀ ਨਵੰਬਰ 1984 ਦੀ। ਜਿਹੜੇ ਬੰਦੇ ਯੂਪੀ ਦੇ ਵਿੱਚ ਗੁਨੇਗਾਰ ਸੀ, ਕਿਸੇ ਨੂੰ ਨਹੀਂ ਪਤਾ ਸੀ। 38 ਸਾਲ ਤੋਂ ਉੱਤੇ ਦਾ ਟਾਈਮ ਹੋ ਰਿਹਾ ਸੀ, ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਬੰਦੇ ਕੌਣ ਹੈਗੇ ਨੇ, ਕਿਤਨੇ ਮਰੇ ਹੈਗੇ ਨੇ, ਕਿਤਨੇ ਦੋਸ਼ੀ ਹਨ। ਇਹ RTI ਦੇ ਵਿੱਚ ਮੈਂ ਕੱਢ ਕੇ ਲਿਆਇਆ, ਮੈਨੂੰ 3 ਸਾਲ ਲੱਗ ਗਏ। ਉਸ ਤੋਂ ਬਾਅਦ ਬੰਦੇ ਜਿਹੜੇ ਸੀ ਗ੍ਰਿਫਤਾਰ ਕਰਵਾਏ, ਮੈਂ ਅੱਜ ਤੱਕ ਗ੍ਰਿਫਤਾਰ ਕਰਵਾ ਰਿਹਾ। ਮਗਰ ਅਫਸੋਸ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਕਹਿੰਦੇ ਨੇ ਉਹ ਕਰਦੇ ਨਹੀਂ। ਉਹਨਾਂ ਨੇ ਸਭ ਤੋਂ ਵੱਡਾ ਗੁਨਾਹ ਮੇਰੇ ਨਾਲ ਕੀਤਾ। ਮੈਂ ਅੱਜ ਮੈਨੂੰ ਕਹਿਣ ਦਾ ਕੋਈ ਗਿਲਾ ਨਹੀਂ ਹੈਗਾ। ਮੈਂ ਆਪਣੀ ਮਾਂ ਪਾਰਟੀ ਜਿਹੜੀ ਹੈਗੀ ਹੈ ਉਹਦੇ 'ਚ ਆਇਆ। ਇਹ ਮੇਰੀਆਂ ਬਾਹਾਂ ਹਨ, ਇਹ ਹਜ਼ਾਰਾਂ ਨਹੀਂ ਲੱਖਾਂ ਬਾਹਾਂ ਹੈਗੀਆਂ। ਮੈਂ ਇੱਥੇ ਜੋ ਕਹਾਂਗਾ, ਮੈਂ ਇਹ ਗੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਗਾਤਾਰ ਟੈਲੀਫੋਨ ਕਰਦਾ ਰਿਹਾ। ਉਹਨਾਂ ਦੇ PA ਨੇ ਮੈਨੂੰ ਕਿਹਾ ਕਿ ਸਾਹਿਬ ਆਪਸੇ ਬਾਤ ਕरेंगे। ਮੈਂ ਕਿਹਾ ਕਬ ਕरेंगे? ਕਹਿੰਦਾ ਜਲਦੀ ਕरेंगे। ਪ੍ਰਾਈਮ ਮਿਨਿਸਟਰ ਦੇ ਆਫਿਸ ਵਿੱਚ ਮੈਨੂੰ ਟਾਈਮ ਲੈ ਕੇ ਦਿੱਤਾ ਗਿਆ। ਮੈਂ ਕਾਨਪੁਰ ਤੋਂ ਬੰਦੇ ਵੀ ਬੁਲਾ ਲਏ, ਸਭ ਕੁਝ ਹੋ ਗਿਆ। ਇਹਨਾਂ ਨੂੰ ਪਤਾ ਇਹ ਵੀ ਉੱਥੇ ਗਏ ਸੀ, ਸੁਦੀਪ ਵੀ ਹੈਗਾ ਸੀ। मगर 10 मिनट पहले मैंने देश के गृह मंत्री ने कहा मुझे बहुत ज़रूरी काम आ गया। मैं बाद में मैंने कहा जी ये जो लोग कानपुर से आए हैं तो ये अब देखो ना 10 मिनट बात करने का, नहीं मैं बिजी हूँ, चला गया। मैं प्राइम मिनिस्टर ਨੂੰ ਫਿਰ ਉਹਨਾਂ ਦੇ ਦਫ਼ਤਰ ਦੇ ਵਿੱਚ ਇਤਲਾਹ ਦਿੱਤੀ ਕਿ ਜੋ ਤੁਸੀਂ ਮੈਨੂੰ ਟਾਈਮ ਲੈ ਕੇ ਦਿੱਤਾ ਸੀ ਉਹਦੇ ਤੇ ਗ੍ਰਹਿ ਮੰਤਰੀ ਮਿਲ ਨਹੀਂ ਰਹੇ। ਉਹਨਾਂ ਨੇ ਕਿਹਾ अच्छा हम फिर डालते हैं। ਮੈਨੂੰ ਗ੍ਰਹਿ ਮੰਤਰੀ ਦਾ ਟੈਲੀਫੋਨ ਆ ਗਿਆ, कहना हाँ भोगल साहब क्या हाल है? मैं कहा ठीक है जी। मैंने कहा 2 बातें करना चाहता हूँ। कहना 2 मिनट में कर लोगे? मैं कहा हाँ जी कर लें। वैसे तो बात वहाँ आके करता ठीक था। मैं कहा एक तो योगी जी जो हैं वो ठीक काम नहीं कर रहे, दूसरा ये है कि मुझे मरवाने की साजिश रची जा रही है और मेरी सिक्योरिटी आपके होते हुए उतारी गई। किसने उतारी है ये मुझे पता है, वो आपके पास है, वो जिसने उतरवाई है। कहते अच्छा। मैं उस तो बाद फिर गया जी यूपी ਦੇ ਉਹਦੇ, ਉਹਨਾਂ ਨੇ ਚਿੱਠੀ ਲਿਖ ਦਿੱਤੀ ਕਿ ਆਪ ਉਨਸੇ ਜਾ ਕੇ ਮਿਲੋ। ਮਗਰ ਅਫਸੋਸ ਦੀ ਗੱਲ ਹੈ ਕੁਸ਼ਵਾ ਜਿਹੜਾ ਹੈਗਾ ਯੁਜਵਿੰਦਰ ਸਿੰਘ ਕੁਸ਼ਵਾ, ਜੋ ਉਸ ਟਾਈਮ ਜਿਹੜਾ ਮੰਤਰੀ ਸੀ, ਉਹਦਾ ਚਾਚਾ, ਇਹ ਉਹਦਾ ਭਤੀਜਾ ਹੈਗਾ ਸੀ, ਜਿਹਨੇ ਸੱਜਣ ਕੁਮਾਰ ਵਰਗੇ ਕੰਮ ਕੀਤੇ ਇੱਥੇ ਆ ਕੇ। ਜੋ ਉੱਥੇ ਉਹਨੇ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ। ਉਸ ਤੋਂ ਬਾਅਦ ਜਿਹੜਾ ਉੱਥੇ 127 ਬੰਦਾ ਮਰਿਆ, ਉਹਦੇ ਵਿੱਚ ਸਭ ਦੇ ਉੱਤੋਂ ਸੱਟੇ ਬੰਦੇ ਮਾਰ ਕੇ बिल्डिंगा ਦੇ ਉੱਤੋਂ। तो मैं क्या अगर इस आदमी को सज़ा नहीं मिलेगी तो फिर तो हमारा ये जिनको हमने अंदर भेजा है वो बात बनेगी नहीं। और आपने 9 लोग रिहा भी कर दिए हैं। आपने ये कहा कि इनकी उम्र ज़्यादा है। मैं कहा ये बात नहीं होनी चाहिए थी। मैं प्रधानमंत्री जी का धन्यवाद करता हूँ कि सज्जन कुमार को अंदर किया है। जब तक आप इनको सज़ा नहीं देंगे युजविंदर सिंह कुशवाहा को, तब सिखों में इसका गलत धारणा जाएगी और उसका आपको जो मैसेज है वो भी गलत जाएगा। उन्हें जी मन्नी नहीं मेरी गल। मैं उस तो बाद मैं कहा चलो मैं अकाली दल छोड़ के अगर मैं बंदे अंदर चले जाते मैं ज्वाइन कर ला। मगर इत्थे भी दिल्ली प्रदेश दे विच मैं देखा इत्थे भी बुरा हाल सी। मैं जद इन्हां नूं मिलण गया, 1-2 मीटिंगां सी, ते जिहड़ी ये गल कहंदे सी ना जी, मैनूं कहण लगा वाइस प्रेजिडेंट जिहड़ा
भोगल साहब एक बात करूं आपसे। मैं कहा 2 करो। कहना नहीं एक करनी है। मैं कहा हाँ बताओ। कहना सिख जो है वो वोट नहीं डालता बीजेपी के। मैं उसी टाइम उठा तो मैं कहा जी वाहिगुरु जी का खालसा ते वाहिगुरु जी की फतेह। मेरे पीछे आए हो। मैं कहा मैं नहीं आऊँगा। आज आपने एक तीर मारा है, तीर मार दिया आपने। आप कैसे कहते हैं सिख वोट, अगर सिख वोट नहीं देता है कैसे आप पंजाब में जीते हैं, पूरे हिंदुस्तान में जीते हैं। मेरा ना मन बिल्कुल ही ना तू खट्टा हो गया, और इतना खट्टा होया उस तो बाद शो पीस आ गया। एक शो पीस ਜਿਹੜਾ ਸੀ ਮਨਜਿੰਦਰ ਸਿੰਘ ਸਰਸਾ ਨੂੰ ਮੈਂ ਕਹਿੰਦਾ, ਉਹਨੇ ਆਣ ਤੋਂ ਕੀ ਕੀਤਾ ਮੇਰੇ ਵਿੱਚ ਤੇ ਇਹਨਾਂ ਦੇ ਵਿੱਚ ਉਹ ਖਿੱਚਾਤਾਨੀ ਸ਼ੁਰੂ ਕਰਵਾ ਦਿੱਤੀ। ਔਰ ਖਿੱਚਾਤਾਨੀ ਇਤਨੀ ਹੋਈ, ਇਹਨੇ ਆਪਣੀਆਂ ਗੱਲਾਂ ਕਹਿ ਕੇ ਉਹਨੂੰ ਇਹ ਹੋਇਆ ਕਿ ਉਹ ਹੋਮ ਮਿਨਿਸਟਰ ਜਿਹੜਾ ਦੇਸ਼ ਦਾ ਹੈ ਉਹ ਇਹਦੇ ਕਹਿਣ ਦੇ ਉੱਤੇ ਇਹ ਜਿਹੜਾ ਸ਼ੋ ਪੀਸ ਹੈ ਸਾਨੂੰ ਮਿਲਣਾ ਹੀ ਬੰਦ ਕਰਤਾ, ਹੋਰਾਂ ਨੂੰ ਵੀ ਬੰਦ ਕੀਤਾ। ਇਹ ਸਭ ਤੋਂ ਵੱਡਾ ਗੁਨਾਹ ਕੀਤਾ ਉਹਨਾਂ ਨੇ। प्राइम मिनिस्टर ਨੂੰ मैं लिख के भेजा ये गल कि पहले अमित शाह जी मिलते थे, अब एक शो पीस आ गया है आपके पास। वो शो पीस जो है पता नहीं किसको कहता है किसको नहीं, हमारे से किसी को भी मिलने को तैयार नहीं है, और ना ही ये सिख कौम का नुमाइंदा है। आपको हकीकत सिख कौम का ये नुमाइंदा नहीं है, और ये आने वाले दिनों में क्या करेगा आपके साथ वो आपको पता है। आज मैं वो गल कहना चाहता कि हुण सिख ਜਿਹੜਾ ਹੈਗਾ ਇਹਨਾਂ ਨੇ ਸਭ ਤੋਂ ਵੱਡਾ ਇੱਕ ਹੋਰ ਗੁਨਾਹ ਕੀਤਾ। ਜਿਹੜੇ ਹੈਗੇ ਸੀ ਆਪਣਾ ਕੀ ਕਹਿੰਦੇ ਨੇ ਇਹ ਜਿਹੜੇ ਆਪਣਾ ਬੰਦ ਕੀਤੇ ਹੈਗੇ ਨੇ ਬੰਦੀ ਸਿੰਘ। ਸਭ ਤੋਂ ਵੱਡੀ ਗੱਲ ਇਹ ਹੈ ਅੱਜ 38 ਸਾਲ ਤੋਂ ਉੱਤੇ ਹੋ ਗਿਆ ਨਾ ਇਹਨਾਂ ਨੇ ਉਹਨਾਂ ਨੂੰ ਰਿਹਾ ਕੀਤਾ। ਇਹ ਜਿਹੜਾ ਜਿਹਨੂੰ ਰਾਜੀਵ ਗਾਂਧੀ ਨੂੰ ਜਿਹਨੇ ਮਾਰਿਆ, ਜੇ ਉਹ ਰਿਹਾ ਹੋ ਸਕਦੇ ਹਨ ਤੇ ਬੰਦੀ ਸਿੰਘ ਰਿਹਾ ਕਿਉਂ ਨਹੀਂ ਹੋ ਸਕਦੇ। ਇੱਕ ਤੇ ਸਿੱਖਾਂ ਦੇ ਮਾਮਲੇ 'ਚ ਇਹਨਾਂ ਨੇ ਦਖਲ ਦੇਣਾ ਸ਼ੁਰੂ ਕਰਤਾ। ਜਦ ਕੋਈ ਸਰਕਾਰਾਂ ਸਿੱਖਾਂ ਦੇ ਧਰਮ ਦੇ ਉੱਤੇ ਹਮਲਾ ਕਰਦੀਆਂ ਤੇ ਉਹ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਕੀ ਹਾਲ ਹੁੰਦਾ ਹੈ। ਔਰ ਜਿਹੜਾ ਭੂਤ ਕਾਂਗਰਸ ਵਿੱਚ ਸੀ ਉਹ ਹੁਣ ਇਹਨਾਂ ਦੇ ਦਿਮਾਗ ਵਿੱਚ ਘੁਸ ਗਿਆ ਹੈ। ਇਹਨਾਂ ਨੇ ਪਹਿਲਾਂ ਇਹ ਕੀਤਾ, ਇਹਨਾਂ ਦੀ ਰਿਹਾਈ ਨਹੀਂ ਕੀਤੀ। ਦੂਸਰਾ ਇਹਨਾਂ ਨੇ ਹਰਿਆਣੇ ਦੇ ਵਿੱਚ ਜੋ ਸਿੱਖਾਂ ਦੇ ਨਾਲ ਜੋ ਸਿੱਖ ਕੌਮ ਦੇ ਮਸਲੇ ਸੀ ਉਹ ਤੇ ਦੂਰ ਰਹੇ, ਮਗਰ ਉੱਥੇ ਉਹਨਾਂ ਨੇ ਜੋ ਉੱਥੇ ਜੇ ਗੁਰਦੁਆਰਾ ਕਮੇਟੀ ਸੀ ਉਹ ਆਪਣੇ ਅੰਡਰ ਕਰ ਲਈ। ਇਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਇੰਟਰਫੇਅਰ ਕੀਤਾ। ਇਹਨਾਂ ਨੇ ਲਗਾਤਾਰ ਇਹ ਕਰਦੇ ਪਏ ਹਨ, ਇਹ ਸਿੱਖਾਂ ਨੂੰ ਮਾਰਨ ਦਾ ਕੰਮ ਕਰਦੇ ਪਿਆ। ਔਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਬੀਜੇਪੀ ਇਹ ਨਾ ਸਮਝੇ ਕਿ ਸਿੱਖ ਜਿਹੜੇ ਝੁਕ ਜਾਣਗੇ, ਉਹ ਕਦੇ ਨਹੀਂ ਝੁਕਣ ਵਾਲੇ। ਇਹ ਜਿਹੜੀਆਂ ਇਹ ਗੱਲਾਂ ਇਹਨਾਂ ਨੇ ਕੀਤੀਆਂ ਹਨ ਹੁਣ ਲਗਾਤਾਰ, ਔਰ ਸਭ ਤੋਂ ਵੱਡਾ ਗੁਨਾਹ ਕੀਤਾ ਹੁਣ ਇਹਨਾਂ ਵਰਗੇ ਬੰਦਿਆਂ ਨੂੰ ਦੇਖੋ ਜਿਹੜੇ ਕਦੇ ਮੂੰਹ ਤੇ ਇਹਨਾਂ ਦੇ ਕੋਈ ਲਫ਼ਜ਼ ਨਹੀਂ ਹੁੰਦਾ, ਅੰਦਰ ਅੱਛੇ ਭਲੇ ਸਵੇਰ ਤੋਂ ਬੈਠੇ ਪਏ ਇਸੀ ਸਥਾਨ ਦੇ ਉੱਤੇ। ਇੱਥੇ ਇਲੈਕਸ਼ਨ ਜਿਹੜੀ ਹਰ ਸਾਲ ਹੁੰਦੀ ਹੈ ਔਰ ਨਈ ਇਲੈਕਸ਼ਨ ਹੋਈ, ਇਹ ਬੈਠੇ ਰਹੇ। ਕਦੇ ਹੋਇਆ ਰਾਤ ਨੂੰ 3 ਵਜੇ ਬੰਦਾ, ਇਹ ਕਹਿੰਦੇ ਸੀ ਕਿ ਵੋਟਿੰਗ ਜਿਹੜੀ ਹੈਗੀ ਹੈ ਉਹ ਡੱਬੇ 'ਚ ਪਏਗੀ, ਉਹ ਕਹਿੰਦੇ ਸੀ ਹੱਥ ਖੜੇ ਕਰਕੇ ਹੋਏਗੀ। ਬਾਅਦ ਵਿੱਚ ਕੀ ਹੋਇਆ ਜੀ, ਉਹਨਾਂ ਨੇ ਵੋਟਿੰਗ ਉਹਦੇ 'ਚ ਡੱਬੇ 'ਚ ਪਾ ਕੇ ਕੀਤੀ ਨਾ, ਔਰ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਕੌਮ ਨੇ ਸਭ ਕੁਝ ਦੇਖਿਆ ਹੈਗਾ, ਕਿਉਂਕਿ ਇਹ ਜਦ ਅੰਦਰ ਸੀ ਨਾ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਸੀ। ਲੋਕਾਂ ਨੂੰ ਪਤਾ, ਲੋਕ ਇਹਨਾਂ ਨੂੰ ਜਵਾਬ ਦੇਣਗੇ। ਇਹ ਜੋ ਕੀਤਾ ਨਾ ਆਪਣੇ ਸ਼ੋ ਪੀਸਾਂ ਨੂੰ ਇੱਥੇ ਬਿਠਾ ਕੇ ਇਹ ਕੀ ਕਰ ਲੈਣਗੇ, ਕਿੰਨੇ ਦਿਨ ਕਰਨਗੇ। ਅਗਲਾ 8 9 10 ਮਹੀਨੇ ਆ ਗਏ ਨਾ ਇਲੈਕਸ਼ਨ ਦੇ, ਇਹ ਦੇਖਣਾ ਕੀ ਇਹਨਾਂ ਦਾ ਹਾਲ ਹੁੰਦਾ ਹੈ। ਇਹਨਾਂ ਨੇ ਐਸੇ ਬੰਦਿਆਂ ਨੂੰ ਬਾਹਰ ਧੱਕੇ ਮਾਰ ਕੇ ਕੱਢਿਆ ਤੇ ਸਿੱਖ ਕੌਮ ਉਹਨਾਂ ਨੂੰ ਬਰਦਾਸ਼ਤ ਨਹੀਂ ਕਰੀ। ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਨਤਮਸਤਕ ਹੋਣ ਵਾਲੇ ਇੱਥੇ ਆਏ ਔਰ ਇਹਨਾਂ ਨੂੰ ਧੱਕੇ ਪਏ ਇਹ ਕਦੇ। ਔਰ ਪੁਲਿਸ ਜੋੜੇ ਪਾ ਕੇ ਅੰਦਰ ਘੁੱਸੀ। ਮੈਂ ਇੱਕ ਵਾਰੀ ਫਿਰ ਸਾਰਾ ਮੀਡੀਆ ਦਾ ਧੰਨਵਾਦ ਕਰਦਾ ਕਿ ਉਸ ਦਿਨ ਇਹਨਾਂ ਨੇ ਉਸ ਮਸਲੇ ਨੂੰ ਬੜੀ ਅੱਛੀ ਤਰ੍ਹਾਂ ਚੁੱਕਿਆ। ਅੱਜ ਮੈਂ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਹੁਣ ਇਸ ਮਾਂ ਦੇ ਕੋਲ ਅਸੀਂ ਆ ਗਏ ਹਾਂ। ਇਹ ਲੜਾਈ ਹੁਣ ਕੱਲੀ ਪਰਮਜੀਤ ਸਿੰਘ ਸਰਨਾ ਦੀ ਨਹੀਂ ਹੈ, ਨਾ ਹੀ ਇਹ ਜਿਤਨੇ ਅੱਜ ਸਾਥੀ ਬੈਠੇ ਨੇ ਇੱਥੇ ਇਹਨਾਂ ਦੀ ਨਹੀਂ ਹੈ, ਇਹ ਸਾਰੀ ਸਭ ਦੀ ਸਾਂਝੀ ਲੜਾਈ ਹੈ। ਇਹ ਸਮਝਦੇ ਨੇ ਅਸੀਂ ਜੇਲ੍ਹ ਜਾਣ ਤੋਂ ਡਰ ਜਾਵਾਂਗੇ, ਬਿਲਕੁਲ ਨਹੀਂ ਡਰਾਂਗੇ। ਇਹਨਾਂ ਨਾਲ ਲੜਾਈ ਲੜਾਂਗੇ। ਸਰਸਾ ਕਿਤਨਾ ਵੱਡਾ ਵੀ ਹੋ ਜਾਏ, ਇਹ ਜੋ ਬਿਆਨਬਾਜ਼ੀ ਕਰਦਾ ਉੱਥੇ, ਜੋ ਸਾਡੇ ਖਿਲਾਫ ਉੱਥੇ ਇਹ ਗੱਲਾਂ ਕਰਦਾ ਪਿਆ, ਉਹ ਜ਼ਿਆਦਾ ਦਿਨ ਨਹੀਂ ਚੱਲਦੀਆਂ। ਅੱਜ ਅਸੀਂ ਇੱਥੇ ਇਸੀ ਵਜ੍ਹਾ ਨਾਲ
ਅਸੀਂ ਆਏ ਆ। ਔਰ ਬੀਜੇਪੀ ਦੇ ਵੀ ਬੰਦਿਆਂ ਨੂੰ, ਭਾਵੇਂ ਉਹ ਪਾਂਡਾ ਹੈਗਾ ਜਿਹੜਾ ਦਿੱਲੀ ਦਾ ਪ੍ਰਭਾਰੀ ਹੈ, ਭਾਵੇਂ ਉਹ ਸਿਧਾਰਥਨ ਨੇ ਜਿਹੜਾ ਜਨਰਲ ਸੈਕਟਰੀ ਹੈ, ਭਾਵੇਂ ਉਹ ਦਿੱਲੀ ਪ੍ਰਦੇਸ਼ ਦਾ ਪ੍ਰਧਾਨ ਹੈ ਗੁਪਤਾ, ਅਸੀਂ ਅੱਜ ਇਹਦੇ ਕਹਿਣਾ ਚਾਹੁੰਦੇ ਹਾਂ ਅੱਜ ਮੀਡੀਆ ਦੇ ਸਾਹਮਣੇ, ਉਹ ਵੀ ਐਸੀਆਂ ਗੱਲਾਂ ਨਾ ਮੰਨੇ ਉਹਨਾਂ ਬੰਦਿਆਂ ਦੀਆਂ ਜਿਹੜੇ ਬੰਦੇ ਭੜਕਾ ਰਹੇ ਹੈਗੇ ਹਨ, ਸਿੱਖਾਂ ਨਾਲ ਗੱਲ ਨਹੀਂ ਕਰਦੇ। ਇਹ ਵੋਟਾਂ ਜਿਹੜੀਆਂ ਅੱਜ ਪੈਣੀਆਂ ਹਫ਼ਤੇ 10 ਦਿਨਾਂ ਬਾਅਦ, ਇਹ ਕਿੰਨੇ ਇਹ ਕੋਈ ਵੋਟਾਂ ਜਾਂ ਟਿਕਟਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਨੇ ਲੈ ਕੇ ਦਿੱਤੀਆਂ ਦੋਨੋਂ ਨੇ। ਇਹ ਜਿਹੜੇ ਬੰਦੇ ਅੱਜ ਇੱਥੇ ਰਾਜ ਭਾਗ ਵਿੱਚ ਬੈਠੇ ਨੇ ਇਹਨਾਂ ਨੇ ਨਹੀਂ ਲੈ ਕੇ ਦਿੱਤੀਆਂ, ਇਹ ਟਿਕਟ ਲੈ ਕੇ ਦਿੱਤੀ ਹੈ ਸਾਹਿਬ ਸਿੰਘ ਵਰਮਾ ਦੇ ਮੁੰਡੇ ਨੇ। ਉਹ ਉਹਦੇ ਕੋਟੇ ਵਿੱਚ ਸੀ, ਉੱਥੇ ਪਹਿਲੇ ਹੀ ਟਿਕਟ ਦੇ ਦਿੱਤੀ ਗਈ ਸੀ ਉਹਨਾਂ ਨੂੰ ਦੋਨੋਂ ਨੂੰ। ਇੱਕ ਮਿਸਿਸ ਗੁप्ता है, एक मिसिस अग्रवाल है। और उन्हें क्या है कि हमने मेहनत की और मुंह में से हमारे ये निकाल के ले गए टिकट, हम इनको बख्शेंगे नहीं। वाहिगुरु हैगा, इन्हों ਨੂੰ ਕਹਿ ਦਈਏ ਤੁਸੀਂ ਸਿੱਖਾਂ ਦੀ ਬੇਇੱਜ਼ਤੀ ਕਰਵਾਈਏ। ਭਗਵਤ ਸਾਹਿਬ, ਤੁਸੀਂ ਜਦੋਂ ਬੀਜੇਪੀ ਚ ਸ਼ਾਮਲ ਹੋਏ ਸੀ, ਆਪਾਂ ਦਫ਼ਤਰ ਕਾਨਫਰੰਸ ਹੋਈ ਸੀ, ਉਦੋਂ ਤੁਸੀਂ ਕਿਹਾ ਸੀ ਕਿ 1984 ਦਾ ਇਨਸਾਫ ਬੀਜੇਪੀ ਦਵਾ ਰਹੀ ਹੈ। ਪਰ ਜਿਹੜਾ ਤੁਸੀਂ ਕਾਨਪੁਰ ਦਾ ਐਪੀਸੋਡ ਦੇਖ ਰਹੇ ਹੋ, ਕਾਫੀ ਦੇਰ ਤੋਂ ਐਸਆਈਟੀ ਕੰਮ ਨਹੀਂ ਕਰ ਰਹੀ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਜਿਹੜੀ ਯੂਪੀ ਸਰਕਾਰ ਹੈ ਉਹ ਜਿਹੜੇ 84 ਦੇ ਮਾਮਲੇ ਉਹਨਾਂ ਪ੍ਰਤੀ ਗੰਭੀਰ ਨਹੀਂ ਹੈ ਇਸ ਟਾਈਮ? ਦੇਖੋ ਤੁਸੀਂ ਗੱਲ ਸਹੀ, ਜੋ ਮੈਂ ਕਿਹਾ ਸੀ ਉਸੇ ਸਹੀ ਕਿਹਾ ਸੀ ਨਾ, ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਨੇ ਉਹਨੂੰ ਅੰਦਰ ਕਰਵਾਇਆ ਸੱਜਣ ਕੁਮਾਰ ਨੂੰ। ਉਸ ਤੋਂ ਬਾਅਦ ਦੇਖੋ ਰਾਜਨਾਥ ਸਿੰਘ ਨੇ ਐਸਆਈਟੀ ਦਾ ਗਠਨ ਕਰ ਦਿੱਤਾ। ਇੱਕ ਮਿੰਟ ਤੁਸੀਂ ਸਹੀ ਗੱਲ ਕਹਿ ਰਹੇ ਹੋ। ਦੇਖੋ ਇੱਕ ਮਿੰਟ ਦੇਖੋ, ਗੱਲ ਇਹ ਹੈ ਕਿ ਸਰਦਾਰ ਕੁਲਦੀਪ ਸਿੰਘ ਨੂੰ ਸੰਨ 80 ਤੋਂ ਮੈਂ ਜਾਣਦਾ, ਔਰ ਇਸ ਨੇ ਬੀਜੇਪੀ ਦੀ ਜੋ ਸੇਵਾ ਕੀਤੀ ਹੈਗੀ, ਕਈ ਵਾਰ ਪਾਰਟੀ ਦੇ ਕਹਿਣ ਤੇ, ਕਈ ਵਾਰ ਪਾਰਟੀ ਦੇ ਛੁਪ ਕੇ, ਸਭ ਤੋਂ ਪਹਿਲਾਂ ਜਿਹੜਾ ਸੀ ਇਸ ਨੇ ਸੇਵਾ ਕੀਤੀ ਉਹਨਾਂ ਦੀ। ਔਰ ਮੈਨੂੰ ਨਹੀਂ ਪਤਾ ਇਹਦੇ ਕੀ ਵਿਚਾਰ ਸਨ। ਇਸ ਦਾ ਜੈਨ ਕਰਨ ਦਾ ਜਿਹੜਾ ਮਤਲਬ ਸੀ ਉਹ ਇਹ ਸੀ ਕਿ ਕਾਨਪੁਰ ਦੇ ਜਿਹੜੇ ਦੋਸ਼ੀ ਹਨ ਸਿੱਖਾਂ ਦੇ ਕਾਤਲਾਂ ਦੇ, ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਸੀ ਜਿਹੜੀ ਦੀ ਪੂਰੀ ਨਹੀਂ ਹੋਈ। ਪਰ ਮੈਂ ਇਹ ਗੱਲ ਕਹਿ ਸਕਦਾ ਕਿ ਬੀਜੇਪੀ ਨੇ ਆਪਣਾ ਸਭ ਤੋਂ ਪੁਰਾਣਾ ਸਹਿਯੋਗੀ ਸਾਥੀ, ਉਹਨਾਂ ਦਾ ਮੈਤੀ, ਅੱਜ ਉਸ ਨੇ ਗਵਾ ਲਿਆ ਹੈ, ਔਰ ਇੱਕ ਬੰਦੇ ਦੇ ਕਹਿਣ ਤੇ ਗਵਾਇਆ। ਔਰ ਜਿਹੜਾ ਉਸਨੇ ਪਰਸੋਂ ਬਿਆਨ ਦਿੱਤਾ ਖਿਆਲਾ ਦੇ ਵਿੱਚ, ਅਸੀਂ ਉਸ ਨੂੰ ਪੂਰੀ ਤਰ੍ਹਾਂ ਹਾਈਲਾਈਟ ਕਰਾਂਗੇ ਤੇ ਫਿਰ ਦੱਸਾਂਗੇ ਵੀ ਦੱਸੋ ਤੁਸੀਂ ਇਹ ਜੇ ਬੰਦਿਆਂ ਨੂੰ ਬੀਜੇਪੀ ਵਿੱਚ ਪਾਲ ਰਹੇ ਹੋ, ਪਨਪਾ ਰਹੇ ਹੋ, ਤੇ ਇਹਦੇ ਨਤੀਜੇ ਕੀ ਨਿਕਲਣਗੇ। ਇਹ ਹੁਣ ਰੱਬ ਜਾਣਦਾ, ਗੁਰੂ ਜਾਣਦਾ, ਜਾਂ ਉਹਨਾਂ ਦੇ ਤੁਹਾਡੇ ਕੋਲ ਵੀਡੀਓ ਆਈ ਮਤਲਬ ਤੁਸੀਂ ਵੀਡੀਓ ਸੁਣੀ ਹੈ ਜਿਹੜੀ ਹਾਂਜੀ ਵੀਡੀਓ ਸੁਣੀ ਹੈ। ਵੀਡੀਓ ਸੁਣ ਕੇ ਮੈਂ ਗੱਲ ਕੀਤੀ ਹੈ, ਮੈਂ ਪਹਿਲੇ ਨਹੀਂ ਗੱਲ ਕੀਤੀ। ਮੈਨੂੰ ਜਿਹੜੀ ਵੀਡੀਓ ਹੈਗੀ ਉਹ ਰਾਤੀ ਮੈਂ ਟੈਲੀਫੋਨ ਕੀਤੀ ਰਣਜੀਤ ਕੌਰ ਨੂੰ, ਉਸਨੇ ਮੈਨੂੰ ਭੇਜੀ ਪਿੰਕੇ ਦੀ। ਪਿੰਕੇ ਨੇ ਫਿਰ ਉਹਦੀ ਵੀਡੀਓ ਸੁਣਾਈ, ਦਾ ਲੈਕਚਰ ਜਿਹੜਾ ਦੇ ਰਿਹਾ ਸੀ। ਮੇਰੇ ਖਿਆਲ ਦੇ ਵਿੱਚ ਹੁਣ ਲਫ਼ਜ਼ ਮੈਂ ਵਰਤਣਾ ਨਹੀਂ ਚਾਹੁੰਦਾ, ਮੀਡੀਆ ਸਾਰੀ ਬੈਠੀ ਹੈ, ਸਾਰੀ ਬਾਤ ਚਲੇ ਜਾਣਗੇ, ਪਰ ਇਸ ਤੋਂ ਘਟੀਆ ਇਨਸਾਨ ਮੈਂ ਨਹੀਂ ਦੇ ਸਕਦਾ। ਇਸ ਤੋਂ ਘਟੀਆ ਇਨਸਾਨ ਮੈਂ ਨਹੀਂ ਦੇ ਸਕਦਾ ਜਿਹੜਾ ਸਰੇਆਮ ਕੇ ਜਿਹੜਾ ਹੁਣ ਵੋਟ ਨਹੀਂ ਪਾਏਗਾ ਅਸੀਂ ਸਮਝਾਂਗੇ ਲਹੂ ਚਿੱਟੇ ਹੋ ਗਏ ਤੇ ਸਿੱਖੇ ਹੋ ਗਏ। ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ, ਤੁਸੀਂ ਜਗਤਾਰ ਸਿੰਘ ਜੀ, ਲਹੂ ਚਿੱਟੇ ਹੋਣ ਦਾ ਕੀ ਮਤਲਬ ਹੈ? ਚਲੋ ਮੈਂ ਤੇ ਚਲੋ ਇਤਨਾ ਗੁਣੀ ਗਿਆਨੀ ਨਹੀਂ ਹਾਂ, ਚਿੱਟੇ ਦਾ ਤੁਸੀਂ ਜਵਾਬ ਖੁਦ ਹੀ ਦੇ ਦਿੱਤਾ, ਉਹ ਤਾਂ ਗੱਦਾਰੀ ਨਹੀਂ। ਚਲੋ ਮੈਂ ਪੁੱਛਣਾ, ਦੇਖੋ ਮੈਂ ਤੁਹਾਡੇ ਆਖਣ ਇਤਨਾ ਪੜ੍ਹਿਆ ਲਿਖਿਆ ਨਹੀਂ ਹਾਂ, ਗੁਣੀ ਗਿਆਨੀ ਨਹੀਂ ਹਾਂ, ਇੱਕ ਵਪਾਰੀ ਹਾਂ। ਚਲੋ ਮੈਂ ਗਲਤ ਹੋਇਆ ਕਰ ਸਕਦਾ, ਮੈਂ ਤੁਹਾਨੂੰ ਪੁੱਛਦਾ ਦੱਸੋ ਚਿੱਟਾ ਲਹੂ ਕਿਹਦਾ ਆਖਦੇ ਆ ਇੱਕ ਸਰਲ ਭਾਸ਼ਾ ਦੇ ਵਿੱਚ? ਜਿਹੜਾ ਪਰਿਵਾਰ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰੇ, ਗਦਾਰੀ ਕਹਿੰਦੇ ਛੱਡ ਇਹਨੂੰ ਮੂੰਹ ਨਾ ਲਾ, ਇਹਦਾ ਲੋ ਚਿੱਟਾ ਹੋ ਗਿਆ ਜੀ। ਕਿਉਂ ਜੀ? ਮਤਲਬ ਸਾਡੇ ਪਠਵਾਰ ਵੀ ਤੇ ਹੀ ਕਹਿੰਦੇ ਨੇ, ਬਾਕੀ ਜਗ੍ਹਾ ਮੈਨੂੰ ਨਹੀਂ ਪਤਾ। ਕਹਿੰਦੇ ਮੂੰਹ ਨਾ ਲਾ, ਇਹਦਾ ਲਹੂ ਚਿੱਟਾ ਹੋ ਗਿਆ ਜੀ। ਮਤਲਬ ਹੁਣ ਸਿੱਖਾਂ ਨੇ ਮੂੰਹ ਨਾ ਲਾਓ, ਇਹਦਾ ਲਹੂ ਚਿੱਟਾ ਹੋ ਗਿਆ ਇਹਨਾਂ ਦਾ। ਕਮਾਲ ਹੋ ਗਈ। ਮਤਲਬ ਤੁਸੀਂ ਬਾਕੀ ਕੁਰਬਾਨੀਆਂ ਭੁੱਲ ਜਾਓ ਤੁਸੀਂ ਸਾਡੀਆਂ, ਔਰ ਇਹ 2 ਟਕੇ ਦੇ ਬੰਦੇ ਦੇ ਸਟੇਜਾਂ ਤੇ ਬੋਲ ਕੇ ਤੁਸੀਂ ਉੱਥੇ ਬੈਠੇ ਹੋਏ ਹੋ। ਕਿਉਂ ਨੂੰ ਬੀਜੇਪੀ ਦੀ ਲੀਡਰਸ਼ਿਪ ਨੇ ਉੱਥੇ ਰੋਕਿਆ ਇਸ ਨੂੰ? ਜਗਤਾਰ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ,
आज एक मिनट 36 लोग जो हैं अभी भी जेल की सलाखों में हैं। मैं एक की बात कर रहा हूँ, युजविंदर सिंह कुशवाहा के साथ जो 6-7 लोग हैं जिन्होंने सब कुछ किया, जिसकी सारी जमानतें हर जगह कैंसिल होगी, उसको ये क्यों नहीं गिरफ्तार कर रहे? ये कहते हैं कि वो जो 6-7 लोग हैं वो ठाकुर हैं, हमें वोट जो है ठाकुर ने डाला है, लोगों ने डाला है वहाँ यूपी में, इस वजह से हम वोट नहीं, हम उनको गिरफ्तार नहीं कर रहे। अच्छा, उसका कार्यकाल खत्म होने वाला है SIT का 30 तारीख को। आज डेट होगी है कितनी है? आज 26। अभी तक कोई ऑर्डर नहीं आया और मुझे लगता है 25। अभी 5 दिन पहले कभी नहीं होता था, पावे पहले 10 दिन पहले ही SIT का गठन हो जाता, अभी तक नहीं हुआ। नहीं गठन नहीं होना, नहीं अब SIT अपने टेनोर तो पहला आप कर देंदी है। हाँ वो हाँ हाँ रिपोर्ट नहीं हाँ वो ना करेगी आगे। हाँ टाइम ਜਿਹੜੀ SIT ਹੈ उसको ਉੱਥੇ ਫੰਡਾਂ ਦੀ ਘਾਟ ਹੈ। ਅਗਰ ਕਿਸੇ ਨੂੰ ਗ੍ਰਿਫਤਾਰ ਕਰਨ ਜਾਣਾ ਹੋਏ ਉਹਨਾਂ ਕੋਲ ਗੱਡੀ ਨਹੀਂ ਹੁੰਦੀ। ਚਲੋ ਜੇ ਉਹਨਾਂ ਨੂੰ ਗੱਡੀ ਚਾਹੀਦੀ ਹੈ, ਅਸੀਂ ਗੱਡੀ ਕਾਨਪੁਰ ਦੀ ਪ੍ਰੋਵਾਈਡ ਕਰ ਦਿਆਂਗੇ। और मैं की है जी गड्डियाँ कीतियां गाड़ी भी की है, हर चीज की है, उनको दिया है। वो कहते पैसा नहीं हमारे पास आ रहा। ਦੇਖੋ ਜੀ ਗੱਲ ਹੈਗੀ, ਇੱਕ ਗੱਲ ਅਸੀਂ ਕਹਿ ਸਕਦੇ ਹਾਂ, ਗੱਲਬਾਤ ਕੁਲਦੀਪ ਸਿੰਘ ਦੀ ਕਾਨਪੁਰ 'ਚ ਬਹੁਤ ਹੈ, ਸਾਡੇ ਵੀ ਬਖਸ਼ਿਸ਼ ਹੈਗੀ। ਅੱਜ ਅਸੀਂ ਉੱਥੇ ਅਕਾਲੀ ਦਲ ਗਠਨ ਕਰਾਂਗੇ, ਕਾਨਪੁਰ, ਲਖਨਊ, ਮੇਰਠ, ਇਲਾਹਾਬਾਦ, ਬਨਾਰਸ। बुलंदशहर ਹਾਂਜੀ बुलंदशहर ਚਲੋ ਉਹ ਨਹੀਂ ਜਿਹੜੇ ਮੇਰੇ ਇਸ ਵਾਰ ਜੋ ਹੈਗੇ, ਔਰ ਉੱਥੇ ਜਿਨ੍ਹਾਂ ਸਿੱਖਾਂ ਦੀ ਪੈਰਵੀ ਨਹੀਂ ਹੋ ਰਹੀ, ਉੱਥੋਂ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਦੇ ਸਹਿਯੋਗ ਨਾਲ ਉੱਥੇ ਪੈਰਵੀ ਕਰੇਗਾ। ਕਾਨਪੁਰ ਵਾਲਾ ਮਾਮਲਾ ਤੇ ਇਹਨਾਂ ਦੇ ਕਰਕੇ ਜਿੰਦਾ ਹੈ। ਹਾਂ ਬਿਲਕੁਲ। ਅਸੀਂ ਸ਼ੁਰੂ ਤੋਂ ਕਵਰ ਕਰਦੇ ਆ ਰਹੇ ਹਾਂ। ਇਸ ਤੋਂ ਇਲਾਵਾ ਕਾਨਪੁਰ ਦਾ ਮਾਮਲਾ ਕਿਸੇ ਨੇ बहुत समय बाद फिर दोबारा से लौट के आए सर। नहीं बहुत समय का है, ये 1 साल में ही बस हो गए। पूरी बात तो सुनो सर, आए तो है ना, बहुत समय बाद ही तो आए ना। अच्छा अच्छा। अब ये कि बताओ, आपने जो लड़ाइयाँ लड़ी क्या, और जो पुरानी लड़ाइयाँ जो आपस में आपका जो चला भोगल से लेके अब तक रविंदर मारवाही, तो क्या वो सारी चीजें अब ठंडे बस्ते में जाएंगी? और कौन सी? अब जो सारी चीजें आपकी पुरानी लड़ाइयाँ जो आप नहीं, विचार रहे जो आपके, मैं इसी की बात का जवाब दे रहा हूँ। हमारा जीवन जो शैली है, हमारा जो जीवन है, वो गुरबानी के आधार के ऊपर चलता है। सबसे पहले ऐसे मसले के ऊपर भी गुरबानी में दर्ज है। मेरे को याद आया था, मैं इसलिए बोल रहा था, वैसे निकल गया। होए 71 मिलो मेरे भाई, होए 71 मिलो मेरे भाई, दुविधा दूर करो लेवला। अब हम इकट्ठे होके जो दुविधा हमारे में थी, ये पंथ के लिए हम आपसी दुविधा को खत्म करेंगे और पंथ को आगे लेके जाएंगे। एक चीज बता दो, आपके पास वीडियो आई, उन्होंने कहा जी बीजेपी को वोट देना है। अब आप अभी तक तो अकाली दल बीजेपी को ही साथ में रहा है, लेकिन अब आप क्या अपील करना चाहते हैं, करना चाहेंगे या नहीं कि निगम चुनाव में आप किस तरफ से क्या विचार जाए? ठीक है। किसको- हमारे देखो जी, हमने कोई पार्टीज की बात नहीं की है। ठीक। हमने फैसला किया है कि जो पार्टी जो इन्होंने जिक्र किया है बंदी सिखों की रिहाई की बात करेगी, ये आश्वासन देगी कि इलेक्शन के बाद बंदी सिखों को छुड़वा दिया जाएगा, उस पार्टी को सिख दिल्ली में वोट डालें। किसी के मैनिफेस्टो में तो ये जिक्र ही नहीं है सर। मैं कहना जी, चारों पार्टी चलो किसी देखो के जी, मैनिफेस्टो में जिक्र ही नहीं है। देखो मेरी बात तो आप सुनो। तो फिर ना हो वो कहें मैनिफेस्टो में तो कोई भी बात पूरी नहीं होती, मैनिफेस्टो के बाहर की बातें सारी पूरी होती हैं। ये मैनिफेस्टो हमने इनको नहीं कहा कि हमारे ये मैनिफेस्टो में डालो। पहली बात तो ये है, हम कोई मंगते नहीं हैं। हमारे लीडर मास्टर तारा सिंह की जहाँ फोटो लगी है, वो कह रहे थे कोई किसी को राज ना दे हैं, जो ले हैं निज बल से ले हैं। हम जो भी बातें पूरी करेंगे अपनी अणक गैरत और अपने व्यवहार को ऊंचा रख के बातें पूरी करेंगे। थैंक यू जी।